ਅਸਲਾਮ ਵਾਲੇਕੁਮ ਜੀ। ਮੇਰਾ ਨਾਮ ਹੈ ਜੀ ਡਾਕਟਰ ਸ਼ੁਏਬ ਜਾਵੇਦ। ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਸਾਡੇ ਕੋਲ ਚਾਚਾ ਜੀ ਬੈਠੇ ਨੇ। ਇਹਨਾਂ ਨੇ ਬੱਕਰੀਆਂ ਰੱਖੀਆਂ ਪਹਿਲੇ, ਤੇ ਇਹਨਾਂ ਕੋ ਹੁਣ ਅੱਜ ਆਪਾਂ ਇੱਕ ਦੋ ਸਵਾਲ ਪੁੱਛਾਂਗੇ। ਅੱਜ ਪੰਜਾਬੀ ਦੇ ਵਿੱਚ ਹੀ ਆਪਾਂ ਆਪਣਾ ਸਾਰਾ ਕੰਮ ਕਰਨਾ ਹੈ। ਤੇ ਬਾਬਾ ਹੁਣਾਂ ਕੋ ਪੁੱਛਾਂਗੇ ਕਿ ਬੱਕਰੀ ਨੂੰ ਜੇਰ ਖਿਲਾਣੀ ਚਾਹੀਦੀ ਜਾਂ ਨਹੀਂ। ਅਸਲਾਮ ਵਾਲੇਕੁਮ ਬਾਬਾ ਜੀ। अस्सलाम वालेकुम बाबा जी। सलाम। ਬਾਬਾ ਜੀ ਜੇਰ ਦੇ ਬਾਰੇ ਦੱਸਿਆ ਨਾ ਕਿ ਜੇਰ ਖਿਲਾਣੀ ਚਾਹੀਦੀ ਹੈ ਬੱਕਰੀ ਨੂੰ ਕਿ ਨਹੀਂ। नहीं, जेर खुलवानी चाहिए इस गल्ले के जेर पलीत होती है। ठीक है। बकरी लाल माल है, उसका गोश्त भी हराम हो जाता है, वो खाने के काबिल का नहीं रहता। ठीक। हाँ जी डॉक्टर साहब। ਜਿਹੜਾ ਮੇਰਾ ਹੈ ਜਿਹਨਾ ਪਰਸਨਲ ਐਕਸਪੀਰੀਅੰਸ जी जी ਯਾਨੀ ਕਿ ਗੋਰਲੈਂਡ ਮੈਨੂੰ ਤਕਰੀਬਨ 1.5 ਸਾਲ ਹੋ ਗਏ। ठीक है। 1.5 ਸਾਲ ਵਿੱਚ ਪਹਿਲੀ ਦਫਾ ਜਿਸਲੇ ਮੈਂ ਗਿਆ ਨਾ ਕਿ ਬੱਕਰੀਆਂ ਨੂੰ ਜੇਰ ਖਿਲਾਣੀ, ਤੇ ਉਸ ਵਕਤ ਮੈਂ ਰਿਸਰਚ ਨਹੀਂ ਕੀਤੀ ਉਸ ਤੋਂ ਪਹਿਲੇ ਮੈਂ ਇੱਕ ਬੜੇ ਵੱਡੇ ਸੈਟਅਪ ਤੇ ਕੰਮ ਕਰਕੇ ਆਇਆ ਸੀਗਾ ਬੇਰਾ ਇੰਟਰਚੇਂਜ ਤੇ जी ਐਵਰ ਫਰੈਸ਼ ਡੇਅਰੀ ਫਾਰਮ। ਤਕਰੀਬਨ 7000 ਗਏ ਸੀ ਉਸ ਟਾਈਮ ਉੱਥੇ। ਤੇ ਉਸ ਵਕਤ ਨਾ ਅਸੀਂ ਉੱਥੇ ਵੀ ਕਿਸੇ ਜਾਨਵਰ ਨੂੰ ਨਾ ਜੇਰ ਦਾ ਸੁਣਿਆ ਸੀਗਾ ਤੇ ਨਾ ਲੈਣਾ ਨਾ ਦੇਣਾ। ਮੈਂ ਕਿਹਾ ਇੱਥੇ ਕੋਈ ਸ਼ਾਇਦ ਨਵੀਂ ਸਾਇੰਸ ਆਈ ਹੈ। ਚਲੋ ਜੀ ਅਸੀਂ ਇੱਕ ਦਫਾ ਨਾ ਖਿਲਾ ਲਈਏ। ਉਹਦੇ ਵਿੱਚ ਜਿਹੜਾ ਮੈਂ ਵੇਖਿਆ ਸੀ ਨਾ ਕਿ ਜਾਨਵਰ ਦਾ ਮਿਹਦਾ ਡਿੱਕ ਹੋ ਜਾਂਦਾ, ਜਾਨਵਰ ਖਾਣਾ ਪੀਣਾ ਬੰਦ ਕਰ ਜਾਂਦਾ। ਬਾਅਦ ਇੰਜ ਵੀ ਹੁੰਦਾ ਕਿ ਜਾਨਵਰ ਜਿਸਲੇ ਖਾਣਾ ਪੀਣਾ ਬੰਦ ਕਰ ਜਾਂਦਾ, ਜਾਨਵਰ ਦੀ ਡੈਥ ਵੀ ਹੋ ਜਾਂਦੀ ਹੈ, ਮਰ ਵੀ ਜਾਂਦਾ। ਤੇ ਉਹਦੇ ਵਿੱਚ ਜਿਹੜਾ ਨਾ ਨੁਕਸਾਨ ਹੀ ਆ ਉਸ ਤੋਂ ਬਾਅਦ ਮੈਂ ਸਟੱਡੀ ਕਰਨਾ ਸ਼ੁਰੂ ਕੀਤਾ। ਮੈਨੂੰ ਪਹਿਲੇ ਗੂਗਲ ਤੋਂ ਕੋਈ ਚੀਜ਼ ਮਿਲੀ ਕੋਈ ਨਹੀਂ। ਉਸ ਤੋਂ ਬਾਅਦ ਚੈਟ ਜੀਪੀਟੀ ਆ ਗਈ। ਚੈਟ ਜੀਪੀਟੀ ਤੇ ਮੈਂ ਸਰਚ ਕੀਤਾ ਤੇ ਉਹਦੀ ਮੈਨੂੰ ਪ੍ਰੋਟੀਨ ਤੇ ਉਹਦਾ એનર્ਜੀ ਲੈਵਲ ਮੈਂ ਦੇਖਿਆ। ਉਹਦੇ ਵਿੱਚ 11% ਪ੍ਰੋਟੀਨ ਮੈਨੂੰ ਮਿਲੀ ਜਿਹੜੀ ਮੈਂ ਉਹਦੇ ਵਿੱਚ ਰਿਸਰਚ ਕਰਕੇ ਮੈਨੂੰ ਮਿਲੀ ਬਕੋਲ ਜੀਟੀਪੀ ਦੇ। ਤੇ 11% ਪ੍ਰੋਟੀਨ ਆ ਉਹਦੇ ਵਿੱਚ। ਤੇ ਅਗਰ 11% ਪ੍ਰੋਟੀਨ ਤੁਸੀਂ ਜਾਨਵਰ ਨੂੰ ਜੇਰ ਦੀ ਸੂਰਤ ਦੇ ਵਿੱਚ ਦੇਣੀ ਹੈ, ਜਿਹੜੀ ਕਿ ਚੀਜ਼ ਹੀ ਹਰਾਮ ਆ, ਤੇ ਯਾਨੀ ਕਿ ਉਹ ਨਿਕਲ ਕਿੱਥੋਂ ਰਹੀ ਆ। ਉਹਦੇ ਵਿੱਚ ਬੱਚਾ ਹੁੰਦਾ, ਉਹਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜਾਨਵਰ ਨੂੰ ਕੋਈ ਲੋਕ ਪਿਲਾਉਂਦੇ ਨੇ। ਪਾਣੀ ਤੱਕ ਵੀ ਪਿਲਾਣਾ ਵਾ ਕਿਸੇ ਨੇ ਪਿਲਾ ਲਓ ਜੇ ਕਿਸੇ ਦਾ ਦਿਲ ਮੰਨਦਾ। ਧੱਕੇ ਦੇ ਨਾਲ ਜਾਨਵਰ ਦੇ ਨਾਲ ਧੱਕਾ ਨਾ ਕਰੋ। ਅਗਰ ਤੁਸੀਂ ਧੱਕੇ ਦੇ ਨਾਲ ਜਾਨਵਰ ਨੂੰ ਖਿਲਾ ਦਿੰਦੇ ਨਾ ਤੇ ਉਹ ਜਾਨਵਰ ਬਾਜ਼ੂਕਾਤ ਮਿਹਦਾ ਡਿੱਕ ਹੋ ਜਾਂਦਾ ਤੇ ਉਹ ਜਾਨਵਰ ਖਾਣਾ ਪੀਣਾ ਛੱਡ ਜਾਂਦਾ, ਮਰ ਵੀ ਜਾਂਦਾ ਬਾਜ਼ੂਕਾਤ। ਇੱਕ ਚੀਜ਼ ਹਲਾਲ ਹੋਵੇ ਨਾ, ਜਾਨਵਰ ਇੱਕ ਬੱਕਰੀ ਆ, ਉਹ ਹਲਾਲ ਜਾਨਵਰ ਆ, ਜੰਨਤੀ ਜਾਨਵਰ ਆ। ਤੇ ਜੰਨਤੀ ਜਾਨਵਰ ਨੂੰ ਹਰਾਮ ਚੀਜ਼ ਖਿਲਾਣੀ ਸਮਝੋ ਗੱਲ ਬਾਹਰ ਆ। ਬਾਕੀ ਜਿਹੜਾ ਇਸ ਤੇ ਚੀਜ਼ ਤੇ ਮੁਤਮਿਨ ਹੁੰਦਾ, ਉਹ ਜਿਹੜਾ ਦਿਲ ਕਰਦਾ ਨਾ ਕਿ ਅਸੀਂ ਬੱਕਰੀ ਨੂੰ ਜੇਰ ਖਿਲਾਣੀ ਆ ਮੁਤਮਿਨ, ਉਹ ਖਿਲਾ ਲਵੇ, ਉਹਨੂੰ ਕੋਈ ਅਸੀਂ ਮਨਾ ਨਹੀਂ ਕਰਦੇ। ਬਾਕੀ ਇੱਕ ਚੀਜ਼ ਹਰਾਮ ਆ, ਉਸ ਦਾ ਤੁਸੀਂ ਆਪਣੇ ਖੁਦ ਤੁਸੀਂ ਨਾ ਦੇਖ ਸਕਦੇ ਹੋ। ਹਲਾਲ ਤੇ ਹਰਾਮ ਦੇ ਵਿੱਚ ਫਰਕ ਕਰਨਾ ਤੁਹਾਡਾ ਵੀ ਹੱਕ ਹੈ ਕਿ ਕਿਹੜੀ ਚੀਜ਼ ਹਲਾਲ ਆ ਕਿਹੜੀ ਚੀਜ਼ ਹਰਾਮ ਆ। ਤੇ ਦੂਸਰੀ ਗੱਲ ਹੈ ਇਹ ਕਿ ਬਾਬੇ ਹੋਣਾ ਨੇ ਬੱਕਰੀਆਂ ਚਾਰੀਆਂ ਨੇ ਕੋਈ ਪਹਿਲੇ ਵਕਤਾਂ ਦੇ ਵਿੱਚ। डेरे में बैठे हैं बरसन को ਬੱਕਰੀਆਂ ਜਿਹੜੀਆਂ ਨਾ ਚਰਾਣਾ ਬੜਾ ਇੱਕ ਹੁਨਰ ਆ। डॉक्टर साहब में बैठे जी बड़ा फन है जी। ਹਾਂਜੀ। ਤੇ ਬਾਬੇ ਹੋਣਾ ਕੋਲ ਹੁਣ ਆਪਾਂ ਬੱਕਰੀਆਂ बकरियां दे ਬੁਲਾਣੀਆਂ ਕਿੱਦਾਂ ਜਿਹੜੀਆਂ ਬੱਕਰੀਆਂ ਹੀਟ ਦੇ ਵਿੱਚ ਨਹੀਂ ਆਉਂਦੀਆਂ, ਜਾਂ ਫਿਰ ਬੱਕਰਾ ਜਿਹੜਾ ਹੀਟ ਦੇ ਵਿੱਚ ਨਹੀਂ ਆਉਂਦਾ ਬੱਕਰੀਆਂ ਦੇ ਵਿੱਚ ਹੁੰਦਾ, ਬੱਕਰੀਆਂ ਲਾਣਾ ਛੱਡ ਜਾਂਦਾ, ਉਹਦੇ ਬਾਰੇ ਚ ਵੀ ਸਵਾਲ ਕਰ ਰਹੇ। ਤੇ ਬਾਕੀ ਜਿਹੜਾ ਹੈ ਵੇ ਪਰਸਨ ਦਾ ਜਿਹੜਾ ਚਾਰਾ ਵਾ ਜਿਹਦੇ ਉੱਤੇ ਫੁੱਲ ਆ ਜਾਂਦਾ, ਤੁਸੀਂ ਇੱਧਰ ਵੇਖ ਵੀ ਸਕਦੇ ਹੋ। हाँ जी ਇਹ ਜਿਹੜੇ ਫੁੱਲ ਆਏ ਨੇ ਉੱਤੇ ਉੱਤੇ, ਹਾਂਜੀ, ਇਹਨਾਂ ਦੇ ਬਾਰੇ ਚ ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ, ਉਸ ਦੇ ਮੁਤਾਬਕ ਮੈਂ ਬੜੇ ਜਾਨਵਰ ਦੇਖੇ ਨੇ। ਯਾਨੀ ਕਿ ਮੈਂ ਗਾਈਆਂ ਵੀ ਵੇਖੀਆਂ ਤੇ ਬੱਕਰੀਆਂ ਵੀ ਵੇਖੀਆਂ ਜਿਨ੍ਹਾਂ ਨੂੰ ਫੁੱਲ ਵਾਲਾ ਪੱਠਾ ਪਾਇਆ ਗਿਆ ਤੇ ਬਾਅਦ ਚ ਉਹਨਾਂ ਨੂੰ ਬੱਚੇ ਛੱਡਦੇ। ਖਾਸ ਤੌਰ ਤੇ ਲੂਸਣ ਦੇ ਫੁੱਲ ਹੁੰਦਾ ਨਾ, ਤਾਂ ਉਹ ਗੱਭਣ ਜਾਨਵਰ ਨੂੰ ਪਾ ਦਿੱਤਾ ਜਾਵੇ। ਪਿਛਲੇ ਸਾਲ 8 ਮਹੀਨੇ ਦੀ ਗਾਈ ਮੈਂ ਚੈੱਕ ਕੀਤੀ ਸੀ ਤੇ ਉਹਦਾ ਪਾਣੀ ਵਗੈਰਾ ਸੁੱਟਣਾ ਸ਼ੁਰੂ ਕਰ ਦਿੱਤਾ ਸੀ ਉਹਨੇ। ਬਾਅਦ ਚੋਂ ਤਹਿਕੀਕ ਜਿਹੜੀ ਕੀਤੀ ਸੀ ਉਹਨਾਂ ਕੋਲ, ਹਿਸਟਰੀ ਲਈ ਮਾਲਕਾਨ ਕੋ, ਤੇ ਪਤਾ ਲੱਗਾ ਜੀ ਇਹਨਾਂ ਨੂੰ ਪੱਠੇ ਪਾਉਂਦੇ ਨੇ ਫੁੱਲ ਵਾਲੇ ਲੂਸਣ ਦੇ। ਉਸ ਦੇ ਮੁਤਾਬਕ ਇਹਦੇ ਵਿੱਚ ਨਾ ਇੱਕ ਐਸਿਡ ਹੁੰਦਾ ਜਿਹੜਾ ਫੁੱਲ ਹੁੰਦਾ, ਉਹਦੀ ਵਜ੍ਹਾ ਨਾਲ ਬੱਚਾ ਤਾਂ ਨਹੀਂ ਤਾਂ ਮੂੰਹ ਖੁੱਲ ਜਾਂਦਾ। ਜਿਸਲੇ ਮੂੰਹ ਖੁੱਲ ਜਾਂਦਾ ਬੱਚਾ ਸਾਰੀ ਗੱਲ ਆ ਕੇ ਬਾਹਰ ਜਾਨਵਰ ਡਿਸਚਾਰਜ ਕਰ ਦਿੰਦਾ, ਜ਼ਾਇਆ ਕਰ ਦਿੰਦਾ। ਤੇ ਉਸ ਦੇ ਨਾਲ ਨੁਕਸਾਨ ਜਿਹੜਾ ਨਾ ਮਾਲਕ ਨੂੰ ਵੀ ਹੁੰਦਾ ਤੇ ਬਾਕੀ ਜਿਹੜਾ ਜੇਬ ਦਾ ਵੀ ਨੁਕਸਾਨ ਹੁੰਦਾ, ਟ੍ਰੀਟਮੈਂਟ ਕਰਾਉਣਾ ਪੈਂਦਾ। ਬਾਬਾ ਜੀ ਉਹ ਮਸਲਾ ਪਤਾ ਕਿ ਹਾਂਜੀ ਲੂਸਣ ਹੁੰਦਾ ਗਰਮ, ਹਾਂਜੀ, ਉਹ ਡੰਗਰ ਅੰਦਰੋਂ ਗਰਮ ਹੋ ਜਾਂਦਾ, ਹਾਂਜੀ, ਉਹ ਤਾਂ ਮਸਲਾ ਬਣਦਾ ਕਿ ਬਾਦਾ ਜਾਨਵਰ ਬੱਚਾ ਛੁੱਟ ਜਾਂਦਾ। ਠੀਕ ਹੋਇਆ, ਉਹ ਗਰਮਾਈ ਦੀ ਵਜ੍ਹਾ ਨਾਲ ਠੀਕ ਹੋਇਆ। ਬਾਬਾ ਜੀ ਹੁਣ ਤੁਸੀਂ ਦੱਸਣਾ ਹੈ ਸਾਨੂੰ ਕਿ ਬੱਕਰੀਆਂ ਜਾਂ ਬੱਕਰਾ ਹੀਟ ਦੇ ਵਿੱਚ ਨਾ ਆਵੇ, ਯਾਨੀ ਕਿ ਬੱਕਰੇ ਨੂੰ ਛੱਡਿਆ ਬੱਕਰੀਆਂ ਦੇ ਵਿੱਚ ਤੇ ਬੱਕਰਾ ਬੱਕਰੀਆਂ ਨਾ ਲਾਵੇ, ਹੀਟ ਦੇ ਵਿੱਚ ਨਾ ਆਵੇ, ਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਦੇਸੀ? ਉਹਦੇ ਬੜੇ ਮਸਲੇ ਨੇ।
ਕੀ ਮਸਲਾ ਹੈ? ਉਹਨੂੰ ਭਾਵੇਂ ਆਂਡੇ ਦਿਓ 2 ਦਿਹਾੜੇ ਅੱਛਾ ਜੀ, ਤੇ ਉਹ ਗਰਮ ਹੋ ਜਾਏਗਾ। ਠੀਕ ਹੋ ਗਿਆ, ਠੀਕ ਹੋ ਗਿਆ। ਜੋ ਵੀ ਨਹੀਂ, ਹਾਂਜੀ, ਜੁੱਤੀ ਲਾ ਲਓ, ਅੱਛਾ ਜੀ, ਜੁੱਤੀ ਦੇ ਵਿੱਚ ਪਿਸ਼ਾਬ ਕਰਕੇ 2 ਦਿਨ ਉਹਦੀਆਂ ਨਾਸਾਂ ਨਾਲ ਲਾਓ, ਅੱਛਾ, ਬਿਲਕੁਲ ਬੋਲੇਗਾ ਜਿਕਣ ਸ਼ੇਰ ਬੋਲਦੇ ਨੇ। ਅੱਛਾ ਜੀ। ਹਾਂ। ਬੱਕਰੀ ਦਾ ਪਿਸ਼ਾਬ ਬਿਲਕੁਲ ਠੀਕ ਹੋ ਗਿਆ। ਤੇ ਜੇ ਬੱਕਰੀ ਹੀਟ ਤੇ ਨਾ ਆਵੇ, ਉਹਦੇ ਨਾਲ ਵੀ ਇਹੀ ਕੰਮ ਕਰ ਲੈ? ਨਹੀਂ, ਬੱਕਰੀ ਆ ਜਾਂਦੀ। ਠੀਕ ਹੋ ਗਿਆ, ਬੱਕਰੀ ਉਹ ਨਹੀਂ ਆਵਦੀ ਜਿਹੜੀ ਖਾਸ ਠੰਡੀ ਹੋਵੇ ਜੀ ਅੰਦਰੋਂ। ਠੀਕ ਹੋ ਗਿਆ। ਹਾਂ, ਉਹਦੇ ਲਈ ਕੋਈ ਨੁਸਖਾ ਵਗੈਰਾ ਦੇਸੀ ਜਿਹੜਾ ਦੇਣਾ ਚਾਹੀਦਾ? ਦੇਸੀ ਉਹਨੂੰ ਇਹ ਹੀ ਹੈ ਕਿ ਭਾਈ ਉਹਨੂੰ ਮਸਾਲਾ ਦਿਓ, ਸੌਂਫ ਹੋ ਗਈ, ਜਵੈਣ ਹੋ ਗਈ, ਤੁਮਾ ਹੋ ਗਿਆ। ਹਾਂਜੀ, ਯਾਨੀ ਕਿ ਉਹ ਜਿਹੜਾ ਬਾਜ਼ਾਰੋਂ ਵੀ ਮਿਲ ਜਾਂਦਾ ਵਾ, ਆਪ ਵੀ ਬੰਦਾ ਬਣਾ ਆ ਸਕਦਾ? ਉਹ 2-3 ਦਿਨ ਥੋੜਾ ਥੋੜਾ ਦਿਓ ਉਹਨੂੰ। ਮਤਲਬ ਗਰਮ ਚੀਜ਼ਾਂ ਦਾ ਉਹ- ਇਸਤੇਮਾਲ ਕਰਾਈਏ। ਹਾਂਜੀ, ਉਹ ਅੰਦਰੋਂ ਗਰਮ ਹੋ ਜਾਏਗੀ, ਠੀਕ ਆ। ਪੇਟ ਵਿੱਚ ਆ ਜਾਏ। ਤੇ ਜਿਹੜੀਆਂ ਬੱਖਲੀਆਂ ਲੋਕ ਬਣਾ ਕੇ ਦਿੰਦੇ ਨੇ ਕਣਕ ਦੇ ਦਾਣਿਆਂ ਦੀਆਂ, ਉਹ ਵੀ ਦਿੰਦੇ ਆ, ਉਹ ਜਾਨਵਰ ਹੀਟ ਦੇ ਵਿੱਚ ਆ ਜਾਂਦਾ ਕਿ ਨਹੀਂ? ਆ ਜਾਂਦਾ, ਉਹ ਵੀ ਗਰਮ ਹੁੰਦੀ ਹੈ। ਠੀਕ ਹੋਊਗਾ। ਤੇ ਬਾਕੀ ਅਗਰ ਜਾਨਵਰ ਨੂੰ ਮੋਕ ਵਗੈਰਾ ਲੱਗ ਜਾਵੇ, ਯਾਨੀ ਕਿ ਤੁਸੀਂ ਪਹਿਲੇ ਵਕਤਾਂ 'ਚ ਆਪਾਂ ਚੱਲਦੇ ਆ ਕਿ ਜਾਨਵਰ ਨੂੰ ਮੋਕ ਲੱਗ ਜਾਂਦੀ ਸੀਗੀ, ਨਾ ਉਸ ਟਾਈਮ ਕੀੜਿਆਂ ਵਾਲੀ ਦਵਾਈ ਹੁੰਦੀ ਸੀਗੀ, ਨਾ ਲੈਣਾ ਨਾ ਦੇਣਾ। ਜੇ ਮੋਕ ਲੱਗ ਜਾਂਦੀ ਸੀ ਫਿਰ ਕੀ ਦਿੰਦੇ ਸੀ? ਉਹ ਤੋਰੀ ਹੁੰਦੀ ਹੈ ਕਾਲੀ, ਵੇਲ ਵਾਲੀ, ਹਾਂਜੀ, ਉਹਦਾ ਪਾਣੀ ਨਿਚੋੜ ਲੈਣਾ, ਠੀਕ ਹੋ ਗਿਆ, ਉਹ ਉੱਥੇ ਪਾਣਾ ਹੈ, ਕੀੜਾ ਮਰ ਜਾਏਗਾ। ਇੱਕ ਬੂਟੀ ਹੁੰਦੀ ਹੈ, ਉਹਦੇ ਉੱਤੇ ਡੋਡੇ ਹੁੰਦੇ ਨੇ, ਅੱਛਾ ਜੀ। ਉਹ ਬੂਟੀ ਦਾ ਪਾਣੀ ਨਿਚੋੜੋ ਤਾਂ ਵੀ ਖਤਮ ਹੋ ਜਾਣਗੇ। ਪੇਟ ਦੇ ਕੀੜੇ? ਪੇਟ ਦੇ ਕੀੜੇ ਨਹੀਂ, ਹਾਂਜੀ, ਉਂਝ ਜ਼ਖਮ ਹੋਇਆ ਕਿ ਜਿਹੜੇ ਉੱਥੇ। ਠੀਕ ਹੋ ਗਿਆ, ਹਾਂ, ਠੀਕ ਹੋ ਗਿਆ। ਕਾਲੀ ਤੋਰੀ, ਉਹਦਾ ਪਾਣੀ ਕੱਢ ਕੇ ਅਗਰ ਤੁਹਾਡੇ ਕਿਸੇ ਜਾਨਵਰ ਦੇ ਜ਼ਖਮ ਹੋਇਆ ਤੇ ਉਹ ਦੇਸੀ ਤੁਸੀਂ ਲਗਾ ਸਕਦੇ ਹੋ ਉਹਦੇ ਉੱਤੇ, ਉਹਦੇ ਵਿੱਚ ਜਾਨਵਰ ਦੇ ਜਿਹੜਾ ਜ਼ਖਮ ਵਗੈਰਾ ਹੋਊਗਾ ਜਾਂ ਫਿਰ ਉਹਦੇ ਵਿੱਚ ਕੀੜੇ ਵਗੈਰਾ ਹੋਣਗੇ, ਉਹ ਖਤਮ ਹੋ ਜਾਣ। ਬਾਬਾ ਜੀ ਜਿਹੜਾ ਮੋਕ ਲੱਗਦੀ ਹੈ ਜਾਂ ਰਿੱਕ ਜਿਹਨੂੰ ਕਹਿੰਦੇ ਆ ਆਪਾਂ, ਛੁੜਕਾ ਲੱਗ ਗਿਆ, ਹਾਂ, ਉਹਦੇ ਲਈ ਦੇਸੀ ਕੀ ਦੇਣਾ ਚਾਹੀਦਾ? ਉਹਦੇ ਵਾਸਤੇ ਕਿ ਜਾਮਨੂ ਦੇ ਗੁੱਲੇ ਲਾ ਲਓ, ਅੱਛਾ ਜੀ, ਲਾ ਕੇ ਤੇ ਉਹ ਆਪੂ ਪੱਤਰ ਖਾਏ ਤੇ ਠੀਕ ਹੈ, ਠੀਕ ਹੈ, ਨਾ ਖਾਏ ਤੇ ਉਹਨੂੰ ਇੰਜ ਕਰੋ ਕਿ ਬਰੀਕ ਕਰ ਲਓ, ਘੋਟ ਲਓ, ਅੱਛਾ ਜੀ, ਘੋਟ ਕੇ ਚੰਗੀ ਤਰ੍ਹਾਂ ਜਿਕਨ ਚਟਨੀ ਬਣਾਈ ਦੀ ਹੈ, ਹਾਂਜੀ, ਉਹਦੇ ਵਿੱਚ ਥੋੜਾ ਨਮਕ ਪਾਓ, ਠੀਕ ਹੋ ਗਿਆ। ਪਾ ਕੇ ਦੇਖੋ ਜੀ ਉਹਦੇ ਠੀਕ ਹੋ ਜਾਏ। ਕਿ ਕਿੰਨੇ ਦਿਨ ਦੇਣਾ ਪੈਂਦੀ ਹੈ? ਉਹ 2 ਦਫਾ ਦੇ ਥੋੜਾ ਠੀਕ ਹੋ ਜਾਏ। ਠੀਕ ਹੋ ਗਿਆ। ਤੇ ਜਿਹੜੀਆਂ ਬੱਕਰੀਆਂ ਬੱਚੇ ਸਿੱਟ ਦਿੰਦੀਆਂ, ਉਹਨਾਂ ਦਾ ਵੀ ਕੁਝ ਕਰਨਾ ਚਾਹੀਦਾ ਕਿ ਬਸ ਜਿਹੜੇ ਅਗਲੀ ਦਫਾ ਹੀਟ ਤੇ ਆਣ ਤੇ ਕਰਾਸ ਕਰਾ ਲਈ? ਨਹੀਂ, ਉਹ ਆਪੂ ਹੀ ਹੀਟ ਤੇ ਆ ਜਾਂਦੀਆਂ। ਨਹੀਂ ਉਹ ਨਹੀਂ, ਮਹੀਨਾ ਗੁਜ਼ਰੇ 2 ਗੁਜ਼ਰਨ, ਉਹ ਆਪੂ ਹੀ ਹੀਟ ਤੇ ਆ ਜਾਂਦੀਆਂ। ਉਹਨਾਂ ਨੂੰ ਕੋਈ ਲੋਕ ਕਹਿੰਦੇ ਕਿ ਕਾੜਾ ਵਗੈਰਾ ਦਈਏ ਜਾਂ ਨਾ ਦਈਏ, ਕਾੜਾ ਵਗੈਰਾ ਦੇਣਾ ਚਾਹੀਦਾ ਨਹੀਂ, ਕਿ ਕੋਈ ਅੰਦਰੋਂ? ਕਾੜੇ ਦੀ ਲੋੜ ਹੀ ਨਹੀਂ ਹੈ। ਲੋਕੀ ਕਹਿੰਦੇ ਨੇ ਨਾ ਕਿ ਅੰਦਰੋਂ ਸਾਫ਼ ਹੋ ਜਾਣ, ਗੰਦ ਮੰਦ ਜਿਹੜਾ ਹੈ ਬੱਚਾ ਦਾ ਗੰਦ ਮੋਂਦੇ ਜਿਹੜਾ ਕਿ ਉਹਨਾਂ ਨੂੰ ਚੀਨੀ ਲੈ ਲਓ, ਹਾਂਜੀ, ਦੁੱਧ ਲੈ ਲਓ, ਹਾਂਜੀ, ਉਹ ਕੋਈ 5-7 ਦਿਹਾੜੇ ਨਾ ਹਾਂਜੀ, ਉਹ ਪਿਆ ਦਿਓ, ਠੀਕ ਹੋ, ਉਹ ਜਿਹੜਾ ਕਿ ਅੰਦਰ ਗੰਦ ਹੋਵੇ ਤਾਂ ਸਾਫ਼ ਹੋ ਜਾਏਗਾ। ਠੀਕ ਹੋ ਗਿਆ, ਔਰ ਜਿਹੜੀ ਤੁਸੀਂ ਜੇਰ ਕਹਿੰਦੇ ਹੋ ਖਵਾਣੀ, ਹਾਂਜੀ, ਉਹ ਤੁਸੀਂ ਉਹਨੂੰ ਚੀਨੀ ਦਿਓ, ਹਫ਼ਤਾ ਦਿਓ ਡੰਗਰ ਨੂੰ, ਵੱਡੇ ਨੂੰ ਵੀ, ਹਾਂਜੀ, ਤੇ ਉਹ ਵੀ ਅੰਦਰੋਂ ਖੁਰ ਕੇ ਨਿਕਲ ਜਾਏਗੀ। ਠੀਕ ਹੋ ਗਿਆ। ਤੇ ਜੇ ਨਾ ਦਿਓ ਤੇ ਉਹ ਜਿਹੜੀ ਖਾਧੀ ਹੋਵੇ ਉਹ ਵੀ ਅੰਦਰ ਕੰਦ ਬਣ ਜਾਏਗਾ। ਹਾਂ, ਲੋ ਜੀ, ਛੋਟੇ ਛੋਟੇ ਦੇਸੀ ਨੁਸਖੇ। ਤੇ ਇਹ ਮੱਝ ਜਿਹੜੀ, ਇਹਨੂੰ ਵੀ ਤੁਸੀਂ ਕਿ ਸਮਝੋ ਵਾ ਜੇਰ ਨਹੀਂ ਪੈਂਦੀ, ਜੇਰ ਅੱਧੀ ਅੰਦਰ ਰਹਿ ਗਈ ਹੈ, ਟੁੱਟ ਗਈ ਹੈ, ਹਾਂਜੀ, ਉਹਨੂੰ ਬਿਲਕੁਲ ਚੀਨੀ ਦਿਓ, ਠੀਕ ਹੋ ਗਿਆ, ਜ਼ਿਆਦਾ ਨਹੀਂ ਦੇਣੀ, 1 ਮੁੱਠ ਭਰ ਕੇ ਰੋਜ਼ ਦੀ, ਅੱਛਾ ਜੀ, ਦੁੱਧ ਵੀ ਪਾ ਕੇ, ਯਾਨੀ ਕਿ ਦੁੱਧ ਮਿੱਠਾ ਕਰਕੇ ਪਿਲਾ ਦਈਏ? ਦੁੱਧ ਵਿੱਚ ਪਾ ਕੇ ਕਹੂ ਨੂੰ ਕਾੜ ਕੇ ਤੇ ਉਹਨੂੰ 5-7 ਦਿਨ ਪਿਓ, ਠੀਕ ਹੋ ਗਿਆ, ਤੇ ਉਹ ਜਿਹੜੀ ਹੈ ਨਾ ਖੁਰ ਖਾਰ ਕੇ ਤੇ ਨਿਕਲ ਜਾਏਗੀ। ਠੀਕ ਹੋ ਗਿਆ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਦੂਸਰਾ ਨਾ, ਅਗਰ ਜਾਨਵਰ ਦੀ ਜੇਰ ਵਿੱਚ ਟੁੱਟ ਵੀ ਜਾਵੇ ਥੋੜੀ ਹਾਂ, ਬਹੁਤ, ਉਹ ਵੀ ਨਿਕਲ ਜਾਂਦੀ? ਉਹ ਨਿਕਲ ਜਾਏਗੀ, ਖੁਰ ਕੇ ਨਿਕਲ ਜਾਏਗੀ। ਉਹ ਚੀਨੀ ਦਾ ਕੰਮ ਹੈ ਕਿ ਵੱਢ ਕੇ ਕੱਢ ਸਕਣੀ, ਖੋਰ ਅੱਛਾ, ਕੇ ਤੇ। ਠੀਕ ਹੋ ਗਿਆ। ਜੀ, ਲੋ ਜੀ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦਾ। ਲੋ ਜੀ, ਇਨਸ਼ਾਅੱਲਾ ਨਵੀਂ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਟਾਈਮ ਲੱਗਿਆ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਲਈ ਇੰਨਾ ਹੀ। ਅੱਲਾਹ ਹਾਫਿਜ਼। ਬਹੁਤ ਸ਼ੁਕਰੀਆ ਜੀ। अस्सलाम वालेकुम। ਵਾਲੇਕੁਮ ਸਲਾਮ।